किते नहीं ऐसा देखा भी मेन रोड्स दी सड़क घटा देन ते फुटपाथ बढ़ा देन। जिहड़ा पुराना मॉडल टाउन है, न्यू मॉडल टाउन है, एक्सटेंशन जिहड़ा हैगा या लाजपत, वो सारे शहर नूं एक विपता च पाया, मुसीबत च पाया। ਅਸੀਂ ਕਮਿਸ਼ਨਰ ਸਾਹਿਬ ਕੋਲ ਵੀ 2-4 ਦਿਨ ਜਾਣੇ ਸਾਨੂੰ ਸਮਾਰਟ ਸਿਟੀ ਦੀ ਡਿਟੇਲ ਦਿੱਤੀ ਜਾਵੇ ਜਿਹੜੀ ਕਿ ਹਾਲ ਤੱਕ ਸਾਨੂੰ ਨਹੀਂ ਦਿੱਤੀ। लगाया इन्ने करोड़ रुपए लगाए, ਉਹੀ ਤਾਂ ਮੈਂ ਪੁੱਛ ਰਿਹਾ ਕਿ ਜੇ ਉਹ ਕਰਵਾਇਆ ਮੋਦੀ ਸਰਕਾਰ ਨੇ, ਪੈਸਾ ਉਹਨਾਂ ਨੇ ਭੇਜਿਆ, ਫਿਰ ਲੋਕਲ ਗਵਰਨਮੈਂਟ ਕ੍ਰੈਡਿਟ ਲੈ ਰਹੀ ਹੈ। ਤੁਸੀਂ ਸਾਰੇ ਜਿਹੜੇ ਮੋਦੀ ਜੀ ਦੇ ਸਿਫਾਤ ਲਾ ਰਹੇ ਹੋ, ਤੁਸੀਂ ਬੋਲਦੇ ਕਿਉਂ? जन हितैषी जन जन की बात जन हितैषी के साथ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं तो अज का जिहड़ा साडा मुद्दा है, टॉपिक है, वो है स्मार्ट सिटी। स्मार्ट सिटी ਨੂੰ ਲੈ ਕੇ ਕਾਫੀ ਦੇਰ ਤੋਂ ਚਰਚਾਵਾਂ ਚੱਲ ਰਹੀਆਂ ਸ਼ਹਿਰ ਦੇ ਵਿੱਚ ਹਰ ਤਰ੍ਹਾਂ ਦੀ ਕਿ ਸਮਾਰਟ ਸਿਟੀ ਡਿਵੈਲਪਮੈਂਟ ਜਿਹੜੀ ਹੈ ਬਹੁਤ ਲੋਕਾਂ ਦੇ ਵਿੱਚ ਚਰਚਿਤ ਹੋ ਰਹੀ ਹੈ। ਸੋ ਇਹ ਸਾਰਿਆਂ ਦੇ ਵਿੱਚ ਅਸੀਂ ਅੱਜ ਤੁਹਾਨੂੰ रूबरू करावांगे लुधियाना दे साडे पूर्व सीनियर डिप्टी मेयर प्लस जिहड़े बीजेपी दे लीडर हैगे है प्रवीण बांसल जी नाल, जिहड़े कि खुद जिथे ये सीनियर डिप्टी मेयर रहे हैं, इन्हां दा एक अपना व्यू है, एक इन्हां कोल एक्सपर्टाइज व्यूज़ हैगे है। दूसरे पासे ये भी है कि ये इसे शहर दे विच जम्मे पले है, सो इन्हां दे बहुत सारे तजुर्बे हैं। तो इन्हां दी नज़रां तो जानते हैं कि की है स्मार्ट सिटी दी एक्चुअल हकीकत। नमस्कार सर। जय हिंद जी, धन्यवाद है सब जन हितैषी ਨੂੰ ਚਲਾਉਣ ਵਾਲੇ ਸਭ ਮੇਰੇ ਦੋਸਤਾਂ ਦਾ ਕਿ ਤੁਹਾਡੇ ਰਾਹੀਂ ਅਸੀਂ ਆਪਣੀ ਗੱਲ ਜਨਤਾ ਤੱਕ ਪਹੁੰਚਾ ਰਹੇ ਹਾਂ। ਆਪਣੇ ਸਰੋਤਾਂ ਦਾ ਵੀ ਮੈਂ ਧੰਨਵਾਦ ਕਰਦਾ। ਠੀਕ ਹੈ ਸਰ, ਤੁਸੀਂ ਥੋੜ੍ਹੇ ਦਿਨ ਪਹਿਲਾਂ ਅਸੀਂ ਦੇਖਿਆ ਤੁਸੀਂ ਸਮਾਰਟ ਸਿਟੀ ਦਾ ਮੁੱਦਾ ਚੱਕਿਆ ਸੀ, ਸਤਪਾਲ ਮਿੱਤਲ ਰੋਡ ਦਾ, ਮਲਹਾਰ ਰੋਡ ਦਾ। ਸੋ ਕੀ ਮੁੱਦਾ ਸੀਗਾ, ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਉੱਥੇ ਕਿਹਾ ਜਾ ਰਿਹਾ ਕਿ ਉਹਨੂੰ ਸਮਾਰਟ ਸਿਟੀ ਦੇ ਅੰਦਰ, ਜਿਹੜਾ ਕਿ ਸਮਾਰਟ ਸਿਟੀ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਹੀ ਦੇਣ ਹੈ, ਅਤੇ ਤੁਸੀਂ ਆਪਣੇ ਹੀ ਪ੍ਰੋਜੈਕਟ ਦੇ ਬਾਰੇ ਉਂਗਲਾਂ ਚੱਕ ਰਹੇ ਸੀਗੇ। ਦੇਖੋ, ਸਮਾਜ ਦੇ ਅੰਦਰ ਕਿਤੇ ਕੋਈ ਕੰਮ ਹੋਵੇ, ਉਹ ਚਾਹੇ ਲੋਕਲ ਬੋਡੀ ਕਰਵਾਵੇ, ਪੰਜਾਬ ਗੌਰਮੈਂਟ ਦੇ ਹੋਣ ਜਾਂ ਸਮਾਰਟ ਸਿਟੀ ਮਿਸ਼ਨ ਦੇ ਅੰਦਰ ਕੇਂਦਰ ਸਰਕਾਰ ਕਰਵਾਵੇ, ਪਰ ਕੁੱਲ ਮਿਲਾ ਕੇ ਉਹ ਫੰਡਸ ਕਿੱਥੋਂ ਆਉਂਦੇ ਆ, ਉਹ ਪੈਸਾ ਕਿੱਥੋਂ ਆਉਂਦਾ? ਉਹ ਸਮਾਜ 'ਚੋਂ ਆਉਂਦਾ, ਉਹ ਟੈਕਸ ਦੇ ਰੂਪ 'ਚ ਲੋਕਾਂ 'ਚੋਂ ਆਉਂਦਾ, ਲੋਕਾਂ ਦੀ ਖੂਨ ਪਸੀਨੇ ਦੀ ਗਾੜੀ ਕਮਾਈ ਹੁੰਦੀ ਹੈ, ਅਤੇ ਉਹ ਸਹੀ ਜਗ੍ਹਾ ਲੱਗੇ, ਉਹਦਾ ਪ੍ਰੋਪਰ ਯੂਟੀਲਾਈਜ਼ ਹੋ ਜੇ। ਇਹ ਜੋ ਸਾਡੇ ਵਰਗੇ ਲੋਕ ਹੈ ਜਿਹੜੇ ਪਬਲਿਕ ਦੇ ਰਿਪਰਜੈਂਟੇਟਿਵ ਹੈ, ਇਹ ਉਹਨਾਂ ਦਾ ਧਰਮ ਬਣਦਾ ਵੀ ਉਸ 'ਤੇ ਉਹ ਨਿਗਾਹ ਰੱਖਣ, ਵਿਜੀਲੈਂਟ ਰਹਿਣ, ਅਵੇਅਰ ਰਹਿਣ, ਔਰ ਉਹ ਦੇਖ ਕੇ ਉਹਦੇ ਬਾਰੇ ਜਨਤਾ 'ਚ ਵੀ ਉਹ ਜਾਂ ਤੇ ਜਨਤਾ ਨੂੰ ਅਵੇਅਰ ਕਰਨ। ਸੋ ਜਿਹੜੀ ਤੁਸੀਂ ਮਲਹਾਰ ਰੋਡ ਦੀ ਗੱਲ ਕੀਤੀ ਹੈ, ਸਮਾਰਟ ਸਿਟੀ ਮਿਸ਼ਨ ਦੇ ਅੰਡਰ ਜਿਹੜੇ ਮਲਹਾਰ ਰੋਡ 'ਤੇ ਪੈਸੇ ਲਾਏ ਜਾ ਰਹੇ ਹੈ, ਉਹ 100% ਉਹ ਪੈਸਾ ਮੈਂ ਸਮਝਦਾ ਵੇਸਟ ਕੀਤਾ ਜਾ ਰਿਹਾ। ਤੁਸੀਂ ਦੇਖੋ, ਮਲਹਾਰ ਰੋਡ ਇੱਕ ਐਸੀ ਰੋਡ ਹੈ ਜਿਹੜੀ ਸ਼ਾਸਤਰੀ ਨਗਰ ਵਾਲਾ ਇਲਾਕਾ ਜਿਹੜਾ ਹੈਗਾ, ਜਿਹੜਾ ਪਰਲਾ ਇਲਾਕਾ ਹੈ, ਉਹਦੀ ਜਿਹੜੀ ਕਨੈਕਟੀਵਿਟੀ ਹੈ, ਲਾਜਪਤ ਨਗਰ ਹੈ, ਸ਼ਾਸਤਰੀ ਨਗਰ ਹੈ, ਪਿੱਛੇ ਉੱਧਰ ਮਾਡਲ ਟਾਊਨ ਦੀ ਹੈ, ਜਿਹੜੀ ਫਿਰੋਜ਼ਪੁਰ ਰੋਡ ਦੇ ਨਾਲ ਹੈ, ਕਨੈਕਟੀਵਿਟੀ ਜਿਹੜੀ ਹੈ, ਮੇਨ ਰੋਡ ਉਹ ਮਲਹਾਰ ਰੋਡ ਹੀ ਹੈ। ਔਰ ਉਸ ਰੋਡ 'ਤੇ ਇੰਨੀ ਖੁੱਲ੍ਹੀ ਸੜਕ ਸੀ, ਅਸੀਂ ਬੜੀ ਦੇਰ ਤੋਂ ਦੇਖਦੇ ਹਾਂ, ਅਤੇ ਉਹ ਸੜਕ 'ਤੇ ਟ੍ਰੈਫਿਕ ਦੀ ਕਦੇ ਸਮੱਸਿਆ ਨਹੀਂ ਸੀ। ਲੇਕਿਨ ਹੁਣ ਤੁਸੀਂ ਜਾ ਕੇ ਦੇਖੋ, ਪਤਾ ਨਹੀਂ ਡਿਜ਼ਾਈਨ ਬਣਾਉਣ ਵਾਲੇ ਨਲਾਇਕ ਹੈ ਜਾਂ ਜਿਹੜੇ ਲੀਡਰ ਉਹਨਾਂ ਨੂੰ ਦੱਸਦੇ ਹੈ ਉਹਨਾਂ ਦਾ ਕੋਈ ਵਿਜ਼ਨ ਨਹੀਂ ਹੈਗਾ, ਜਿਹੜੇ ਕੋਲ ਬਹਿ ਕੇ ਆਪਣੇ ਤਰੀਕੇ ਨਾਲ ਡਿਜ਼ਾਈਨ ਬਣਾ ਰਹੇ ਹੈ। ਤੁਸੀਂ ਮਲਹਾਰ ਰੋਡ 'ਤੇ ਦੇਖੋ ਤੇ ਟੋਟਲ ਮੇਰੇ ਖਿਆਲ ਕਰੀਬ 60% ਤੋਂ ਵੱਧ ਦੋਨਾਂ ਪਾਸੇ ਉਹਨਾਂ ਨੇ ਪੈਦਲ ਚੱਲਣ ਵਾਸਤੇ ਜਾਂ ਸੈਂਟਰ ਵਰਦੀਆਂ ਫੁੱਟਪਾਥ ਤੁਸੀਂ ਮਿਲਾਓਗੇ, ਕਰੀਬ 60% ਤੋਂ ਵੱਧ ਉਹਨਾਂ ਨੇ ਕਵਰ ਕਰ ਲਿਆ, ਅਤੇ ਮੌਕੇ 'ਤੇ ਰਹਿ ਗਈ ਸਿਰਫ ਇੱਕ ਪਾਸੇ ਦੀ 23 ਫੁੱਟ ਦੀ ਸੜਕ ਜਾਂ 22 ਫੁੱਟ ਦੀ ਸੜਕ ਹੈ। ਔਰ 22-23 ਫੁੱਟ ਦਾ ਮਤਲਬ ਹੈ ਵੀ 2 ਗੱਡੀਆਂ ਤੋਂ ਵੱਧ ਨਿਕਲ ਨਹੀਂ ਸਕਦੀਆਂ। ਦੇਖੋ, ਮੈਂ ਕਾਰਪੋਰੇਸ਼ਨ ਦੇ ਔਨ ਬਿਹਾਫ ਆਫ ਸੀਨੀਅਰ ਡਿਪਟੀ ਮੇਅਰ ਮੈਂ ਬ੍ਰਿਟੇਨ ਗਿਆ, ਮੈਂ ਆਪਣੇ ਬਿਹਾਫ 'ਤੇ ਹੋਰ ਵੀ ਕਈ ਦੇਸ਼ ਘੁੰਮਿਆ। ਮੈਂ ਐਸਾ ਦੇਸ਼ ਕਿਤੇ ਨਹੀਂ ਜਿੱਥੇ ਬੜੇ ਬੜੇ ਸਮਾਰਟ ਸਿਟੀ ਦੇ ਪ੍ਰੋਜੈਕਟ ਹੈ, ਬੜੀਆਂ ਜਿੱਥੇ ਡਿਵੈਲਪਮੈਂਟਸ ਹੈ,
ਜਿਹੜੇ ਦੇਸ਼ ਵਿਕਾਸ ਦੇ ਲਈ ਜਾਣੇ ਜਾਂਦੇ ਆ, ਮੈਂ ਕਿਤੇ ਨਹੀਂ ਐਸਾ ਦੇਖਿਆ ਵੀ ਮੇਨ ਰੋਡਸ ਦੀ ਸੜਕ ਘਟਾ ਦੇਣ ਤੇ ਫੁੱਟਪਾਥ ਵਧਾ ਦੇਣ। ਸਰ ਕਿਹਾ ਜੇ ਮੈਨੂੰ ਹਾਂ ਇਹ ਹੋ ਸਕਦਾ ਵੀ ਉਰੇ ਕੋਈ ਇੱਕ ਨਵਾਂ ਪ੍ਰੋਜੈਕਟ ਦੇਣ ਲੱਗੇ ਹੋਣ ਵੀ ਸੜਕ ਉੱਪਰ ਪੈਦਲ ਚੱਲਣਗੇ ਤੇ ਫੁੱਟਪਾਥ ਉੱਪਰ ਗੱਡੀਆਂ ਚੱਲਣਗੀਆਂ। ਮੈਂ ਇੱਕ ਦਿਨ ਮੌਕੇ ਤੇ ਗਿਆ ਸੀ, ਮੈਂ ਹੀ ਦੇਖਿਆ ਸੀਗਾ, ਤੇ ਫੁੱਟਪਾਥ ਉੱਪਰ ਗੱਡੀਆਂ ਲੱਗੀਆਂ ਹੋਈਆਂ ਸੀ, ਉੱਥੇ ਪਾਰਕਿੰਗ ਬਣੀ ਹੋਈ ਸੀਗੀ। ਜਾਂ ਦੂਸਰੇ ਪਾਸੇ ਇਹ ਹੋ ਸਕਦਾ ਵੀ ਕੁਝ ਲੋਕਾਂ ਦੇ ਇਸ ਰੋਡ ਉੱਪਰ ਆਪਣੇ ਸ਼ੋਰੂਮ ਹੋਣ, ਉਹਨਾਂ ਨੇ ਇੱਕ ਵਿਜ਼ਨਰੀ ਕੰਮ ਕੀਤਾ ਹੋਵੇ, ਇੱਕ ਦੂਰ ਅੰਦੇਸ਼ੀ ਕੰਮ ਕੀਤਾ ਹੋਵੇ ਵੀ ਹੁਣੀ 50-50 60-60 ਫੁੱਟ ਜਗ੍ਹਾ ਦੇ ਦਿਓ, ਕੱਲ੍ਹ ਨੂੰ ਆਉਣ ਵਾਲੇ ਟਾਈਮ 'ਚ ਉੱਥੇ ਕੋਈ ਫੜੀਆਂ ਲਾਉਣ ਦਾ, ਕੋਈ ਉੱਥੇ ਗੋਲ ਗੱਪਿਆਂ ਵੇਚਣ ਦਾ ਜਾਂ ਉੱਥੇ ਬਾਹਰ ਡਿਸਪਲੇ ਕਰਨ ਦਾ ਇੱਕ ਵਧੀਆ ਮੌਕਾ ਮਿਲ ਜਾਏਗਾ। ਤੇ ਐਸਾ ਕੁਝ ਪ੍ਰੋਜੈਕਟ ਇਹਨਾਂ ਦਾ ਹੋ ਸਕਦਾ। ਸਰ ਸਾਨੂੰ ਕੁੱਲ ਮਿਲਾ ਕੇ ਇੱਕ ਪੁਰਾਣੇ ਸ਼ਹਿਰ ਨੂੰ, ਜਿਹੜਾ ਪੁਰਾਣਾ ਮਾਡਲ ਟਾਊਨ ਹੈ, ਨਿਊ ਮਾਡਲ ਟਾਊਨ ਹੈ, ਐਕਸਟੈਂਸ਼ਨ ਜਿਹੜਾ ਹੈਗਾ ਜਾਂ ਲਾਜਪੁਰ, ਉਹ ਸਾਰੇ ਸ਼ਹਿਰ ਨੂੰ ਇੱਕ ਵਿਪਤਾ 'ਚ ਪਾਇਆ, ਮੁਸੀਬਤ 'ਚ ਪਾਇਆ, ਜਿਹੜੀ ਇਹਨਾਂ ਨੇ ਉੱਥੇ ਸਾਰਾ ਦਿਨ ਉੱਥੇ ਜਿਹੜਾ ਟ੍ਰੈਫਿਕ ਹੈ ਉਹ ਜਾਮ ਰਹੇਗਾ, ਉਹ ਮੈਨੂੰ ਐਸਾ ਅੰਦੇਸ਼ ਹੈ। ਸੋ ਉਸ 'ਤੇ ਮੇਰਾ ਉਹ ਸੀਗਾ। ਔਰ ਜਿਸ ਤਰ੍ਹਾਂ ਦੀ ਟਾਈਲ ਵਰਕਸ ਹੋ ਰਹੀ ਹੈ, ਜਿਸ ਤਰ੍ਹਾਂ ਦਾ ਕੰਮ ਲੱਗਦਾ, ਮੈਨੂੰ ਲੱਗਦਾ ਵੀ ਇਹਦੇ ਪਿੱਛੇ ਵੀ ਕੋਈ ਨਾ ਕੋਈ ਟਾਈਲ ਠੇਕੇਦਾਰ ਦਾ ਕੋਈ ਹਿਸਾਬ ਕਿਤਾਬ ਹੈ। ਅਸੀਂ ਤਾਂ ਇੰਜੀਨੀਅਰ ਨੂੰ ਕਿਹਾ ਸੀ ਵੀ ਸਮਾਰਟ ਸਿਟੀ ਮਿਸ਼ਨ ਦੇ ਕਿਹੜੇ ਪ੍ਰੋਜੈਕਟ ਹੈ, ਉਹਨਾਂ ਦੀ ਕਾਸਟ ਕੀ ਹੈ, ਉਹਦੇ ਠੇਕੇਦਾਰ ਕਿਹੜੇ ਹੈ, ਉਹਦਾ ਪ੍ਰੋਸੈਸ ਕੀ ਰਿਹਾ, ਅਸੀਂ ਸਭ ਕਿਤੋਂ ਮੰਗ ਲਿਆ। ਹੁਣ ਕਮਿਸ਼ਨਰ ਸਾਹਿਬ ਕੋਲੋਂ ਮੰਗਣਾ ਹੈ। ਅਸੀਂ ਕਮਿਸ਼ਨਰ ਸਾਹਿਬ ਕੋਲ ਵੀ 2-4 ਦਿਨ 'ਚ ਜਾਣਾ ਹੈ, ਸਾਨੂੰ ਸਮਾਰਟ ਸਿਟੀ ਦੀ ਡਿਟੇਲ ਦਿੱਤੀ ਜਾਵੇ, ਜਿਹੜੀ ਕਿ ਹਾਲ ਤੱਕ ਸਾਨੂੰ ਨਹੀਂ ਦਿੱਤੀ ਗਈ। ਸਰ ਜਿਵੇਂ ਕਿ ਇਹ ਮੋਦੀ ਸਰਕਾਰ ਦਾ ਹੀ ਪ੍ਰੋਜੈਕਟ ਹੈ, ਵਿਜ਼ਨ ਸੀਗਾ ਸਮਾਰਟ ਸਿਟੀ। ਸੋ ਸਭ ਤੋਂ ਪਹਿਲਾਂ ਇਹ ਦੱਸੋ, ਕਿਉਂਕਿ ਤੁਸੀਂ ਸੀਨੀਅਰ ਡਿਪਟੀ ਮੇਅਰ ਵੀ ਰਹੇ ਹੋ ਔਰ ਬੀਜੇਪੀ ਦੇ ਲੀਡਰ ਵੀ ਹੋ, ਸਭ ਤੋਂ ਪਹਿਲਾਂ ਜਨਤਾ ਇਹ ਜਾਣਨਾ ਚਾਹੁੰਦੀ ਹੈ ਕਿ ਐਕਚੁਅਲ 'ਚ ਸਮਾਰਟ ਸਿਟੀ ਦਾ ਮਤਲਬ ਕੀ ਹੈ। ਸਮਾਰਟ ਸਿਟੀ ਕਿਉਂ ਸਮਾਰਟ ਸਿਟੀ ਕਿਹਾ ਜਾਂਦਾ ਹੈ? ਸਮਾਰਟ ਸਿਟੀ ਦੇ ਵਿੱਚ ਕੀ ਇਹੋ ਜਿਹਾ ਹੁੰਦਾ ਕਿ ਉਹ ਨਾਰਮਲ ਸਿਟੀ ਤੋਂ ਉਹਨੂੰ ਸਮਾਰਟ ਕਿਹਾ ਜਾਂਦਾ? ਦੇਖੋ, ਤੁਹਾਡਾ ਬੜਾ ਅੱਛਾ ਸਵਾਲ ਹੈ। ਮੈਂ ਸਮਝਦਾ ਸਮਾਰਟ ਸਿਟੀ ਦਾ ਇਹਨਾਂ ਨੂੰ ਆਈਡੀਆ ਹੀ ਨਹੀਂ ਹੈਗਾ ਸਮਾਰਟ ਸਿਟੀ ਕੀ ਕਹਿੰਦੇ। ਸਰ ਸਾਨੂੰ ਵੀ ਨਹੀਂ ਹੈਗਾ, ਜਨਤਾ ਨੂੰ ਵੀ ਅਸੀਂ ਕਈ ਵਾਰੀ ਪੁੱਛਿਆ। ਤੁਹਾਨੂੰ ਹੈਗਾ, ਤੁਸੀਂ ਸਾਡੇ ਮੂੰਹ ਚੋਂ ਕਹਾਉਣਾ ਚਾਹੁੰਦੇ ਹੋ, ਤੁਹਾਨੂੰ ਸਾਰਾ ਕੁਝ ਪਤਾ। ਤੁਹਾਨੂੰ ਸਮਾਰਟ ਸਿਟੀ ਦਾ ਮਤਲਬ ਕੀ ਹੈ? ਤੁਹਾਡਾ ਇੱਕ ਸਰੀਰ, ਸਮਾਰਟ ਬਾਡੀ, ਸਮਾਰਟ ਸਰੀਰ, ਉਹ ਤਾਂ ਹੀ ਹੋ ਸਕਦਾ ਜੇ ਸਰੀਰ ਦੀਆਂ ਜਿਹੜੀਆਂ ਇੰਪਿਓਰਟੀਜ਼ ਖਤਮ ਹੋਣ, ਉਸ 'ਚ ਬਿਮਾਰੀਆਂ ਨਾ ਹੋਵੇ, ਉਹ ਠੀਕ ਠਾਕ ਹੋਵੇ। ਅੱਜ ਸ਼ਹਿਰ ਦੀਆਂ ਘੱਟੋ ਘੱਟ 50-55 ਪੁਆਇੰਟ ਇੱਦਾਂ ਦੇ ਹੋਣਗੇ, ਤੁਸੀਂ ਸ਼ਹਿਰ ਦੇ ਕਿਸੇ ਕੋਨੇ 'ਚ ਚਲੇ ਜਾਓ, ਕਿਸੇ ਕੋਨੇ 'ਚੋਂ ਐਂਟਰੀ ਕਰ ਲਓ, ਤੁਹਾਨੂੰ ਵੱਡੇ ਕੂੜੇ ਦੇ ਢੇਰ ਨਜ਼ਰ ਆਉਣਗੇ। ਮੇਰੇ ਯਾਦ ਹੈ ਅਸੀਂ ਕੌਂਸਲ ਹੁੰਦੇ ਸੀਗੇ ਤੇ ਜਿਹੜੇ ਕੂੜੇ ਦੇ ਢੇਰ ਸੀ ਉਹ 10-11 ਵਜੇ ਤੱਕ ਸਾਰਾ ਕਲੀਅਰ ਹੋ ਜਾਂਦੇ ਸੀਗੇ। ਅੱਜ ਤਾਂ ਇੰਨਾ ਸੋਹਣਾ ਸਮਾਰਟ ਸਿਟੀ ਬਣਾਇਆ ਹੋਇਆ ਹੈ ਵੀ ਰਾਤ ਨੂੰ 11 ਵਜੇ ਤੱਕ ਵੀ ਤੁਸੀਂ ਦੇਖੋ ਤੁਹਾਨੂੰ ਕੂੜੇ ਦੇ ਢੇਰ ਸਾਰਾ ਦਿਨ ਮਿਲਣਗੇ। ਉੱਥੇ ਜਿਹੜੇ ਰੈਗ ਪਿਕਰਸ ਆ ਉੱਥੇ ਉਹ ਬੈਠੇ ਹੋਣਗੇ, ਕੋਈ ਪਲਾਸਟਿਕ ਛਾਂਟਦਾ ਹੋਣਾ, ਕੋਈ ਗੱਤਾ ਛਾਂਟਦਾ ਹੋਣਾ। ਜਿਵੇਂ ਕਿ ਕਾਰਪੋਰੇਸ਼ਨ ਨੇ ਹਰ ਕੂੜੇ ਦੇ ਢੇਰ ਨੂੰ ਅੱਗੇ ਠੇਕੇ ਤੇ ਦੇਤਾ ਵੀ ਲਿਫਾਫੇ ਇਕੱਠੇ ਕਰੋ, ਉਹ ਵੇਚ ਕੇ ਸਾਨੂੰ ਹਿੱਸਾ ਦੇ ਦਿਓ, ਗੱਤਾ ਇਕੱਠਾ ਕਰੋ, ਉਹ ਸਾਨੂੰ ਵੇਚ ਕੇ ਹਿੱਸਾ ਦੇ ਦਿਓ। ਤੇ ਇਹ ਸਮਾਰਟ ਸਿਟੀ ਹੈ। ਜਗ੍ਹਾ ਸੀਵਰੇਜ ਤੁਸੀਂ ਚਲੇ ਜਾਓ, ਸੀਵਰੇਜ ਬੰਦ ਪਿਆ, ਸੜਕਾਂ ਬੁਰਾ ਹਾਲ ਹੈ, ਸੜਕਾਂ ਟੁੱਟੀਆਂ ਹੋਈਆਂ। ਬੁੱਢਾ ਨਾਲਾ ਦੇਖ ਲਓ, ਬੁੱਢੇ ਨਾਲੇ ਦਾ ਉਹਦੀ ਕੋਈ ਗੰਦਗੀ ਸਾਫ਼ ਨਹੀਂ ਹੋ ਰਹੀ। ਘੱਟੋ ਘੱਟ ਪਹਿਲਾਂ ਤੁਸੀਂ ਗੰਦਗੀ ਸਾਫ਼ ਕਰੋ, ਸੀਵਰੇਜ ਠੀਕ ਕਰੋ, ਲੋਕਾਂ ਨੂੰ ਪਲੇਨ ਸੜਕਾਂ ਦਿਓ, ਤੇ ਉਸ ਤੋਂ ਬਾਅਦ ਤੁਸੀਂ ਐਸਾ ਕੋਈ ਪੁਆਇੰਟ ਬਣਾ ਸਕਦੇ ਹੋ ਜਿਹਨੂੰ ਤੁਸੀਂ ਇੱਕ ਰੋਲ ਮਾਡਲ, ਸਪੋਜ਼ ਐਗਜ਼ਾਮਪਲ ਤੁਸੀਂ ਕਰਨਾ ਚਾਹੁੰਦੇ ਹੋ, ਤੁਸੀਂ ਐਸਾ ਇੱਕ ਏਰੀਆ ਡਿਵੈਲਪ ਕਰੋ, ਇੱਕ ਪਾਰਟੀਕੂਲਰ ਏਰੀਆ, ਜਿਹੜਾ ਤੁਸੀਂ ਬਾਕੀ ਸ਼ਹਿਰ ਨੂੰ ਦਿਖਾ ਸਕੋ ਵੀ ਦੇਖੋ ਉਰੇ ਸੜਕ ਬਹੁਤ ਵਧੀਆ ਬਣ ਗਈ, ਉਰੇ ਸੀਵਰੇਜ ਦੀ ਕੋਈ ਸਮੱਸਿਆ ਨਹੀਂ, ਉਰੇ ਲਾਈਟ ਅਸੀਂ ਪ੍ਰੋਪਰ ਦਿੱਤੀ ਹੈ, ਉਰੇ ਗ੍ਰੀਨ ਬੈਲਟਸ ਪ੍ਰੋਪਰ ਹੈਗੀਆਂ, ਉਰੇ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ ਪਈ ਹੋਈ। ਅਸੀਂ ਲੋਕਾਂ ਨੂੰ ਇੱਕ ਸੈਂਪਲ ਬਣਾ ਕੇ ਦਿਖਾਈਏ ਤਾਂ ਕਿ ਦੂਸਰੇ ਇਲਾਕਿਆਂ 'ਚੋਂ ਅਸੀਂ ਲੋਕ ਉਸ ਚੀਜ਼ ਨੂੰ ਫੋਲੋ ਅਪ ਕਰ ਸਕਣ, ਉਹ ਸ਼ਹਿਰ ਨੂੰ ਵਧੀਆ ਬਣਾ ਸਕਣ। ਤਾਂ ਇਹਨੂੰ ਸਮਾਰਟ ਸਿਟੀ ਕਹਿੰਦੇ। ਹੁਣ ਇਹ ਕੀ ਹੈ ਵੀ ਇੱਕ ਠੇਕੇਦਾਰ ਆਪਣਾ ਘਰ ਦਾ ਲਿਆਂਦਾ, ਉਹ ਠੇਕੇਦਾਰ ਨੂੰ ਬੈਨੀਫਿਟ ਦੇਣ ਵਾਸਤੇ ਉਹਦੇ ਮਰਜ਼ੀ ਦੇ ਐਸਟੀਮੇਟ ਬਣ ਗਏ। ਅੱਗੇ ਜਿਹੜੇ ਐਸਟੀਮੇਟ ਬਣਦੇ ਸੀਗੇ ਉਹ ਐਜ਼ ਪਰ ਸਾਈਟ ਦੀ ਰਿਕੁਆਇਰਮੈਂਟ ਕੀ ਹੈ, ਲੋਕਾਂ ਦੀ ਰਿਕੁਆਇਰਮੈਂਟ ਕੀ ਹੈ, ਮੌਕੇ ਦੀ ਨਜ਼ਾਕਤ ਕੀ ਹੈ, ਉਹ ਬਣਦੇ ਸੀਗੇ। ਤੇ ਹੁਣ ਤਾਂ ਜਿਹੜੇ ਐਸਟੀਮੇਟ ਬਣਦੇ ਆ ਉਹ ਠੇਕੇਦਾਰ ਦਾ ਮੂਡ ਦੇਖਿਆ ਜਾਂਦਾ, ਲੀਡਰ ਦਾ ਚਿਹਰਾ ਦੇਖਿਆ ਜਾਂਦਾ। ਅਫਸਰ ਵੀ ਉਹ ਟੈਕਨੀਕਲੀ ਉਹ ਚੀਜ਼ਾਂ ਭੁੱਲ ਗਏ ਤੇ ਉਹ ਨਾ ਉਹਨਾਂ ਦੀ ਐਕਸਪਰਟ ਹੀ ਨਹੀਂ, ਉਹ ਤਾਂ ਲੀਡਰ ਦਾ ਚਿਹਰਾ ਦੇਖਦੇ ਆ ਵੀ ਇਹ ਕੀ ਚਾਹੁੰਦਾ। ਸੋ ਇਸ ਲਈ ਉਹ ਸਮਾਰਟ ਸਿਟੀ
ਉਹ ਆਪਣੇ ਘਰਾਂ ਨੂੰ ਤੇ ਉਹ ਠੇਕੇਦਾਰ ਨੂੰ ਸਮਾਰਟ ਬਣਾ ਰਹੇ ਆ। ਸ਼ਹਿਰ ਦਾ ਐਸਾ ਸਮਾਰਟ ਕਰਨ ਵਾਲਾ ਕੰਮ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ। ਸਰ ਜਿਹੜਾ ਤੁਸੀਂ ਖੁਦ ਦੱਸਿਆ, ਤੁਸੀਂ ਜਿਵੇਂ ਸੀਨੀਅਰ ਡਿਪਟੀ ਮੇਅਰ ਵੀ ਰਹੇ ਹੋ, ਤੁਸੀਂ ਮਲਹਾਰ ਰੋਡ ਜਿਵੇਂ ਤੁਸੀਂ ਖੁਦ ਹੀ ਕਿਹਾ ਕਿ ਮੈਂ ਉੱਥੇ ਜਾ ਕੇ ਆਇਆ ਸਾਰਾ ਕੁਝ, ਉੱਥੇ ਲੋਕਾਂ ਦਾ ਕਹਿਣਾ ਹੈ, ਉਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਜਿਹੜੇ ਕਿ ਸ਼ਾਇਦ ਅੱਜ ਦੇ ਟਾਈਮ 'ਚ ਖੁੱਲ੍ਹ ਕੇ ਨਹੀਂ ਬੋਲ ਪਾ ਰਹੇ, ਉਹ ਸਾਡੇ ਤੱਕ ਪਹੁੰਚਦੇ ਆ ਜਨ ਹਿਤੈਸ਼ੀ ਨੂੰ ਖਾਸ ਕਰਕੇ ਉਹਨਾਂ ਨੇ 2-4 ਵਾਰੀ ਬੁਲਾਇਆ। ਉਹ ਇਹ ਕਹਿ ਰਹੇ ਕਿ ਜਿਹੜੇ ਇੱਥੇ CLU ਹੋ ਰਹੇ ਆ, ਜਿਹੜੀ ਬਿਲਡਿੰਗਸ ਬਣੀਆਂ, ਮਲਟੀ ਸਟੋਰੀ ਬਿਲਡਿੰਗਸ ਬਣੀਆਂ, CLU ਹੋਏ ਆ, ਉਹ CLU ਵੀ CLU ਦੇ ਨੋਰਮਸ ਨੂੰ ਦਰਕਿਨਾਰ ਕਰਕੇ ਕੀਤੇ। CLU ਦੇ ਨੋਰਮਸ ਵੀ ਫੋਲੋ ਨਹੀਂ ਕੀਤੇ ਗਏ। ਔਰ ਦੂਸਰੀ ਚੀਜ਼, ਕਿਸੇ ਵੀ 99% ਬਿਲਡਿੰਗਸ ਦੇ ਵਿੱਚ ਹਾਊਸ ਲਾਈਨ ਤੱਕ ਨਹੀਂ ਹੈ। ਕੱਲ੍ਹ ਨੂੰ ਅਸੀਂ ਵੇਟ ਕਰ ਰਹੇ ਹਾਂ ਕਿ ਦਿੱਲੀ ਦੇ ਉਪਕਾਰ ਸਿਨੇਮਾ ਵਰਗੀ ਜਿਹੜੀ ਦੁਬਾਰਾ ਹੋਏਗੀ, ਕੋਈ ਹਾਦਸਾ ਹੋਏਗਾ, ਫਿਰ ਅਸੀਂ ਜਾਗਾਂਗੇ। ਦੇਖੋ CLU ਤੇ ਮਸਲੇ 'ਚ ਵੀ ਬਹੁਤ ਵੱਡਾ ਘਪਲਾ। CLU ਅਸੀਂ ਜਿਹਨੂੰ ਅਸੀਂ ਬੈਨੀਫਿਟ ਦੇਣਾ ਚਾਹੁੰਦੇ ਆ, ਜਿਹੜੀ ਕੋਈ ਸਰਕਾਰੀ ਬੰਦੇ ਦੀ ਸਿਫਾਰਿਸ਼ ਆ ਗਈ ਜਾਂ ਜਿਸਨੇ ਕੋਈ ਸੇਵਾ ਪਾਣੀ ਕਰਤੇ, ਅਸੀਂ ਉਹਨੂੰ ਉੱਦਾਂ ਡੀਲ ਕਰਦੇ ਆ। ਅਸੀਂ ਕੇਸ ਟੂ ਕੇਸ ਡੀਲ ਕਰਦੇ ਆ। ਜਦ ਕਿ ਕੋਈ ਵੀ ਸਰਵਿਸ ਹੈ ਉਹ ਸਾਰਿਆਂ ਵਾਸਤੇ ਹੋਣੀ ਚਾਹੀਦੀ ਹੈ, ਸਾਰਿਆਂ ਵਾਸਤੇ ਨਹੀਂ ਹੋਣੀ ਚਾਹੀਦੀ। ਸਪੋਜ਼ ਤੁਸੀਂ ਇੱਕ ਅਨਾਊਂਸ ਕਰ ਲਓ ਵੀ ਠੀਕ ਹੈ ਜੀ, ਸ਼ਾਸਤਰੀ ਨਗਰ ਦੇ ਫਾਟਕਾਂ ਤੋਂ ਲੈ ਕੇ ਫਿਰੋਜ਼ਪੁਰ ਦੇ ਫਾਟਕਾਂ ਤੱਕ ਓਪਨ ਹੈ ਜੀ ਸਭ ਵਾਸਤੇ। ਜਿਹੜੀ ਫਾਈਲ ਜਾਂਦੀ ਹੈ ਉਹ ਫਾਈਲ ਦੇ ਨੀਚੇ ਪਹੀਏ ਕਿਹੜੇ ਲੱਗੇ ਹੋਏ ਆ, ਉਹਦੇ ਹਿਸਾਬ ਨਾਲ ਫਾਈਲ ਡੀਲ ਹੁੰਦੀ ਹੈ। ਸੋ ਐਸਾ ਜਿਹੜਾ ਪਿਕ ਐਂਡ ਚੂਜ਼ ਹੈ, ਇਹ ਵੱਡਾ ਇੱਕ ਘਪਲਾ। ਇਹਨੂੰ ਓਪਨ ਟੂ ਆਲ ਜਾਂ ਕਲੋਜ਼ ਟੂ ਆਲ। ਸੋ ਇਹ ਵੀ ਇਸ ਤਰ੍ਹਾਂ ਡੀਲ ਹੋਣਾ ਚਾਹੀਦਾ। ਇਹ ਵੀ ਆਉਣ ਵਾਲੇ ਟਾਈਮ 'ਚ ਇਨਕੁਆਇਰੀ ਦਾ ਮਸਲਾ ਹੈ ਔਰ ਅਸੀਂ ਇਸ ਪਾਸੇ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇਖੇਗੀ ਇਹਦੇ ਵਾਸਤੇ ਅਸੀਂ ਕੀ ਕਰਨਾ। ਸਰ ਜਿਵੇਂ ਸਮਾਰਟ ਸਿਟੀ, ਸਾਨੂੰ ਇਹ ਪਤਾ ਲੱਗਿਆ ਕਿ ਜਿਵੇਂ ਤੁਸੀਂ ਖੁਦ ਵੀ ਮੰਨਿਆ ਕਿ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈਗਾ ਉਹ ਹੈ ਤਾਂ ਮੋਦੀ ਜੀ ਦਾ, ਠੀਕ ਹੈ। ਮੋਦੀ ਸਰਕਾਰ ਨੇ ਇਹਨੂੰ ਵਿਜ਼ਨ ਕੀਤਾ, ਉਹਨਾਂ ਨੇ ਚੀਜ਼ਾਂ ਕੀਤੀਆਂ। ਜਦੋਂ ਸਮਾਰਟ ਸਿਟੀ ਦੇ ਲਈ ਇਹ ਵੋਟਿੰਗ ਹੋ ਰਹੀ ਸੀ, ਕਹਿੰਦੇ ਵੋਟਿੰਗ ਪ੍ਰੋਸੈਸ, ਕੀ ਐਜ਼ ਏ BJP ਦੇ, ਕਿਉਂਕਿ ਤੁਸੀਂ ਤਾਂ ਸ਼ੁਰੂ ਤੋਂ BJP ਦੇ ਕਾਰਜਕਰਤਾ ਰਹੇ ਹੋ, ਟਕਸਾਲੀ ਵਰਕਰ ਵੀ ਰਹੇ ਹੋ, ਇਸ ਲੈਵਲ ਤੱਕ ਪਹੁੰਚੇ ਹੋ, ਸੋ ਕੀ ਤੁਸੀਂ ਲੋਕਾਂ ਨੇ ਕੋਈ ਲੁਧਿਆਣਾ ਨੂੰ ਕਿੱਦਾਂ ਸਮਾਰਟ ਸਿਟੀ ਦੇ ਵਿੱਚ ਚੁਣਿਆ ਗਿਆ ਸੀ? ਕੋਈ ਵੋਟਿੰਗ ਕਰਵਾਈ ਸੀ ਤੁਸੀਂ ਲੋਕਾਂ ਨੇ, ਕਿੱਦਾਂ ਹੋਇਆ ਸੀਗਾ? ਦੇਖੋ ਇੱਕ ਪ੍ਰੋਸੈਸ ਸੀਗਾ, ਉਹ ਡਿਫਰੈਂਟ ਫੈਕਟਰ ਸੀਗੇ ਤੇ ਉਹਦੇ 'ਚੋਂ ਕੁਆਲੀਫਾਈ ਕੀਤਾ ਤੇ ਲੁਧਿਆਣਾ ਆ ਗਿਆ। ਤਾਂ ਵੈਸੇ ਵੀ ਮੇਰਾ ਕੁਐਸਚਨ ਇਹ ਹੈ ਕਿ ਬਣਵਾਇਆ ਮੋਦੀ ਜੀ ਨੇ, ਵਿਜ਼ਨ ਮੋਦੀ ਜੀ ਦਾ, ਪੈਸਾ ਤੁਸੀਂ ਕਹਿ ਰਹੇ ਹੋ ਸੈਂਟਰ ਦਾ, ਕ੍ਰੈਡਿਟ ਲੈ ਰਹੀ ਹੈ ਲੋਕਲ ਗਵਰਨਮੈਂਟ, ਇਹ ਕਿਉਂ? ਨਹੀਂ ਮੈਂ ਤੁਹਾਨੂੰ ਜਵਾਬ ਦਿੰਦਾ। ਦੂਸਰੀ ਗੱਲ, ਦੇਖੋ ਅੱਜ ਲੁਧਿਆਣਾ ਪੋਲੀਟੀਕਲ ਸੈਂਟਰ ਹੈ ਪੰਜਾਬ ਦਾ। ਅੱਜ ਲੁਧਿਆਣਾ ਫਾਈਨੈਂਸ਼ੀਅਲ ਕੈਪੀਟਲ ਹੈ ਪੰਜਾਬ ਦੀ। ਅੱਜ ਲੁਧਿਆਣਾ ਜਿਹੜਾ ਮਾਨਚੈਸਟਰ ਆਫ ਇੰਡੀਆ ਤਾਂ ਚਲੋ ਪੁਰਾਣਾ ਹੀ ਸੀਗਾ। ਸੋ ਪੰਜਾਬ ਦੇ ਜੇ ਕੋਈ ਸਿਟੀ ਆਉਣਾ ਸੀ ਤਾਂ ਲੁਧਿਆਣਾ ਆਉਣਾ ਹੀ ਚਾਹੀਦਾ ਸੀਗਾ। ਨੰਬਰ 1। ਨੰਬਰ 2, ਕੇਂਦਰ ਦੇ ਫੰਡ ਆਉਣਾ, ਤੁਹਾਡਾ ਕਹਿਣਾ ਭਾਜਪਾ ਦੀ ਸਰਕਾਰ ਹੈ, ਲੇਕਿਨ ਕੋਈ ਵੀ ਸਰਕਾਰ ਹੈ ਤਾਂ ਕੋਈ ਇੱਕ ਫੈਡਰਲ ਸਿਸਟਮ ਹੈ। ਕੇਂਦਰ 'ਚ ਸਾਡੀ ਸਰਕਾਰ ਹੈ, ਪੰਜਾਬ 'ਚ ਕਿਹਦੀ ਸਰਕਾਰ ਹੈ? ਕਾਂਗਰਸ ਦੀ। ਤਾਂ ਜਿਹੜਾ ਵੀ ਕੇਂਦਰ ਨੇ ਪੈਸਾ ਖਰਚਣਾ ਹੈ ਉਹ ਜਿਹੜਾ ਇਨਫਰਾਸਟ੍ਰਕਚਰ ਨੀਚੇ ਯੂਜ਼ ਹੋਣਾ ਹੈ। ਫੈਡਰਲ ਸਿਸਟਮ ਇਹ ਕਹਿੰਦਾ ਵੀ ਇਹ ਨੀਚਲੀ ਜਿਹੜੀ ਗਵਰਨਮੈਂਟ ਹੈ ਉਹਨੇ ਦੇਖਣਾ, ਉਹ ਪੰਜਾਬ ਗਵਰਨਮੈਂਟ ਦੇਖ ਰਹੀ ਹੈ। ਪੰਜਾਬ ਗਵਰਨਮੈਂਟ ਤੋਂ ਅੱਗੇ ਲੋਕਲ ਬੋਡੀ ਦੇਖ ਰਹੀ ਹੈ, ਇਸ ਲਈ ਉਸ 'ਚ ਇਨਵੋਲਵਮੈਂਟ ਹੋ ਗਈ। ਉਸ 'ਚ ਅਸੀਂ ਐਜ਼ ਏ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਫੰਡ ਕੇਂਦਰ ਸਰਕਾਰ ਨੇ ਦਿੱਤੇ, ਲੇਕਿਨ ਜਿਹੜੀ ਇੰਪਲੀਮੈਂਟੇਸ਼ਨ ਜਿਹੜੀ ਅਥਾਰਟੀ ਹੈ, ਜਿਸ ਨੇ ਪ੍ਰੈਕਟੀਕਲ ਸ਼ੇਪ ਦੇਣੀ ਹੈ, ਉਹ ਤਾਂ ਜੋ ਮੌਜੂਦਾ ਸਰਕਾਰ ਹੈ ਉਹਨਾਂ ਨੇ ਦੇਣੀ ਹੈ। ਇਹਦਾ ਮਤਲਬ ਜੋ ਕ੍ਰੈਡਿਟ ਹੈ ਉਹ ਮੌਜੂਦਾ ਸਰਕਾਰ ਨੂੰ ਮਿਲੇ? ਨੋ, ਇਹੀ ਤਾਂ ਮੇਰਾ ਕੁਐਸਚਨ ਸੀਗਾ ਕਿ ਉਹ ਤਾਂ ਬਾਰ-ਬਾਰ ਹਰ ਮੰਚ ਤੇ, ਤੁਸੀਂ ਵੀ ਗਵਾਹ ਹੋਵੋਗੇ ਸ਼ਾਇਦ, ਹਰ ਮੰਚ ਤੇ ਚੀਕ ਕੇ ਅਗਲੇ 2022 ਦੇ ਇਲੈਕਸ਼ਨ ਸਾਡੇ ਸਿਰ ਤੇ ਖੜੇ ਆ, ਚੀਕ ਤੇ ਇਹ ਕਲੇਮ ਕੀਤਾ ਜਾ ਰਿਹਾ ਕਿ ਅਸੀਂ ਡਿਵੈਲਪਮੈਂਟ ਕਰਾਈ, ਅਸੀਂ ਸਮਾਰਟ ਸਿਟੀ ਤੇ ਇੰਨਾ ਪੈਸਾ ਲਗਾਇਆ, ਇੰਨੇ ਕਰੋੜ ਰੁਪਏ ਲਗਾਏ। ਉਹੀ ਤਾਂ ਮੈਂ ਪੁੱਛ ਰਿਹਾ ਕਿ ਜੇ ਉਹ ਕਰਵਾਇਆ ਮੋਦੀ ਸਰਕਾਰ ਨੇ, ਪੈਸਾ ਉਹਨਾਂ ਨੇ ਭੇਜਿਆ, ਫਿਰ ਲੋਕਲ ਗਵਰਨਮੈਂਟ ਕ੍ਰੈਡਿਟ ਲੈ ਰਹੀ ਹੈ। ਤੁਸੀਂ ਸਾਰੇ ਜਿਹੜੇ ਮੋਦੀ ਜੀ ਦੇ ਸਿਪਾ ਸਲਾਹ ਰਹੇ ਹੋ, ਤੁਸੀਂ ਬੋਲਦੇ ਕਿਉਂ ਨਹੀਂ? ਨਹੀਂ ਬਿਲਕੁਲ, ਲੋਕਾਂ ਨੂੰ ਜਾਗਰੂਕ ਕਿਉਂ ਨਹੀਂ ਕਰਦੇ? ਅਸੀਂ ਬਿਲਕੁਲ ਬੋਲਦੇ। ਸੁਣੋ ਤੁਸੀਂ, ਦੇਖੋ ਕਿਉਂਕਿ ਜਿਹੜਾ ਪੈਸਾ ਕੇਂਦਰ ਤੋਂ ਆਇਆ ਜੀ, ਮੌਜੂਦਾ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਜੀ, ਉਹਨਾਂ ਦੀ ਸਰਕਾਰ ਹੈ, ਤੇ ਨੈਚੁਰਲੀ ਉਹਨਾਂ ਦੀ ਔਰ ਉਹ ਸਿਸਟਮ ਦੇ ਨਾਲ ਉਹਨਾਂ ਦੇ ਮੰਤਰੀ ਨੇ ਉਦਘਾਟਨ ਕਰਨਾ, ਉਹਨਾਂ ਦੇ ਅਫਸਰ ਨੇ ਉਦਘਾਟਨ ਕਰਨਾ, ਤਾਂ ਉੱਥੇ ਮੰਚ ਤੇ ਉਹ ਸ਼ਬਦ ਉਸ ਤਰ੍ਹਾਂ ਦੇ ਪ੍ਰਯੋਗ ਕਰ ਸਕਦੇ ਆ। ਪਰ ਫੰਡ ਸਾਡੀ ਗਵਰਨਮੈਂਟ ਨੇ, ਕੇਂਦਰ ਸਰਕਾਰ ਦੇਖ ਰਹੀ ਹੈ, ਕੇਂਦਰ ਸਰਕਾਰ ਦੇ ਰਹੀ ਹੈ, ਔਰ ਅਸੀਂ ਹਰ ਜਗ੍ਹਾ ਬੋਲਦੇ ਹਾਂ। ਐਜ ਏ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ
ਉਹ ਉਸ ਸਿਸਟਮ 'ਚ ਨਹੀਂ ਆ ਸਕਦਾ, ਕਿਉਂਕਿ ਸਰਕਾਰੀ ਸਿਸਟਮ 'ਚ ਨਹੀਂ। ਹਾਂ, ਸਾਡਾ ਕੋਈ ਕੇਂਦਰੀ ਮੰਤਰੀ ਬੈਠਾ ਹੁੰਦਾ, ਸਾਡਾ ਕੋਈ MP ਬੈਠਾ ਹੁੰਦਾ, ਜਿਸ ਤਰ੍ਹਾਂ ਸਾਡੇ MP ਆ ਸ਼ਵੇਤ ਮਲਿਕ ਜੀ ਅੰਮ੍ਰਿਤਸਰ ਬੈਠੇ ਆ, ਉਹ ਜਿਹੜਾ ਉੱਥੇ ਅਸੀਂ ਉੱਥੇ ਜਲਿਆਂਵਾਲੇ ਬਾਗ ਦਾ ਸਾਰਾ ਉਹਨਾਂ ਦੀ ਰੈਨੋਵੇਸ਼ਨ ਕੀਤੀ ਹੈ, ਤੇ ਨੈਚੁਰਲ ਸ਼ਵੇਤ ਮਲਿਕ ਦੇਖ ਰਹੇ ਆ। ਸਾਡੇ ਕੋਈ ਉਰੇ ਸਰਕਾਰੀ ਸਾਡਾ ਕੋਈ ਇਸ ਤਰ੍ਹਾਂ ਨੁਮਾਇੰਦਾ ਨਹੀਂ ਹੈ ਜਿਹਦੇ ਕਰਕੇ ਇਹ ਐਸੀ ਭਾਸ਼ਾ ਵਰਤ ਸਕਦੇ ਆ, ਪਰ ਲੋਕੀ ਜਾਣਦੇ ਆ। ਸਮਾਰਟ ਸਿਟੀ ਮਿਸ਼ਨ ਜਿਹੜਾ ਹੈਗਾ ਉਹ ਕੇਂਦਰ ਦਾ ਮਿਸ਼ਨ ਹੈ, ਉਹ ਪੰਜਾਬ ਗਵਰਨਮੈਂਟ ਦਾ ਨਹੀਂ ਹੈਗਾ। ਬਸ ਹੁਣ ਜਿਵੇਂ ਪੈਸਾ ਤੁਹਾਡਾ ਖਰਚ ਹੋ ਰਿਹਾ ਸੈਂਟਰ 'ਚੋਂ ਆ ਕੇ BJP ਦਾ, ਠੀਕ ਹੈ, ਆਪਾਂ ਉੱਥੇ ਨਹੀਂ ਬੋਲ ਸਕਦੇ, ਉਹ ਭਾਸ਼ਾ ਉੱਦਾਂ ਦੀ ਵਰਤ ਸਕਦੇ ਆ, ਪਰ ਆਪਾਂ ਜਦੋਂ ਉਹ ਗਲਤ ਕਰ ਰਿਹਾ ਉਦੋਂ ਆਪਾਂ ਆਵਾਜ਼ ਤਾਂ ਚੱਕ ਸਕਦੇ ਆ ਕਿ ਭਾਈ ਸਾਡਾ ਪੈਸਾ ਗਲਤ ਯੂਜ਼ ਹੋ ਰਿਹਾ। ਅੱਜ ਇੰਨਾ ਪੈਸਾ ਖਰਚੇ ਜਾਣ ਤੋਂ ਬਾਅਦ ਸਡਨਲੀ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਿਉਂ ਆਪਾਂ ਆਵਾਜ਼ ਚੱਕ ਰਹੇ ਹਾਂ? ਜੇ ਹੁਣ ਮਲਾਰ ਰੋਡ ਹੁਣ ਬਣੀ ਹੈ ਤਾਂ ਹੁਣ ਹੀ ਆਵਾਜ਼ ਚੱਕਾਂਗੇ ਦੋਸਤੋ। ਸਾਨੂੰ ਕਿ 6 ਮਹੀਨੇ ਪਹਿਲਾਂ, ਸਾਲ ਪਹਿਲਾਂ ਪਤਾ ਸੀ ਵੀ ਇਹ ਤੁਸੀਂ ਜਦ ਦੇ ਗੋਡੇ 'ਚ ਅੱਜ ਦਰਦ ਹੈ ਤੇ ਅੱਜ ਇਲਾਜ ਕਰਾਈਏ ਕਿ 6 ਮਹੀਨੇ ਪਹਿਲਾਂ ਆਪਰੇਸ਼ਨ ਕਰਾ ਲਈਏ? ਨਹੀਂ ਸੁਣੋ ਸੀ ਨਾ, ਸਾਲ ਸਵਾ ਸਾਲ ਹਾਂ ਹੁਣ ਸਾਹਮਣੇ ਆ ਗਏ ਨਾ, ਜੇ ਸਾਹਮਣੇ ਤੁਹਾਡੇ ਇੱਕ ਪਿਕਚਰ ਸਾਹਮਣੇ ਬਣਨੀ ਸ਼ੁਰੂ ਹੋ ਗਈ ਵੀ ਯਾਰ ਇਹ ਬਣਾ ਰਹੇ ਆ, ਵੈਰੀ ਸੈਡ। ਉਸ ਤੋਂ ਪਹਿਲਾਂ ਨਹੀਂ ਸੀ ਨਾ, ਸਾਨੂੰ ਕੋਈ ਡਿਜ਼ਾਈਨ ਦਿੰਦੇ ਹੋ, ਸਾਨੂੰ ਕੋਈ ਐਸਟੀਮੇਟ ਦਿੰਦੇ, ਸਾਡੇ ਨਾਲ ਕੋਈ ਡਿਸਕਸ ਕਰਦੇ, ਉਹਦਾ ਹੋਇਆ ਨਹੀਂ ਨਾ। ਬਸ ਮੈਂ ਇਹੀ ਪੁੱਛਣਾ ਚਾਹੁੰਦਾ ਸੀਗਾ ਕਿ ਪੈਸਾ ਜਿਵੇਂ ਮੈਂ ਜੇ ਪੈਸਾ ਦੇ ਰਿਹਾ ਕਿਸੇ ਨਾ, ਉਹਨਾਂ ਨੇ ਸਾਡੇ ਨਾਲ ਕੋਈ ਡਿਸਕਸ ਨਹੀਂ ਕੀਤਾ, ਸਾਨੂੰ ਕੋਈ ਉਹਨੇ ਟੀਮ 'ਚ ਨਹੀਂ ਲਿੱਤਾ, ਜਦ ਕਿ ਉਹਨੂੰ ਆਲ ਪਾਰਟੀ ਮੀਟਿੰਗ ਬੁਲਾ ਕੇ ਇਸ ਮਿਸ਼ਨ ਦੇ ਜਿਹੜੇ ਪ੍ਰੋਜੈਕਟ ਸੀਗੇ ਉਹਨੂੰ ਨੁਮਾਇੰਦਿਆਂ ਨੂੰ ਲੈਣੇ ਚਾਹੀਦੇ ਸੀਗੇ। ਔਰ ਸਾਹਮਣੇ ਪ੍ਰੋਟੋਕਾਲ ਹੁੰਦਾ ਕੁਛ ਇਦਾਂ, ਦੇਖੋ ਕਈ ਪ੍ਰੋਟੋਕਾਲ ਹੁੰਦਾ ਪਰ ਪ੍ਰੋਟੋਕਾਲ ਤੋੜਿਆ ਵੀ ਜਾਂਦਾ ਜਿਹੜੇ ਲੋਕ, ਠੀਕ ਹੈ ਨਾ। ਪਰ ਅਸੀਂ ਇਹਦੀ ਜਿਹੜੀ ਪ੍ਰੋਜੈਕਟਸ ਦੀ ਇਹਦੀ ਸ਼ਿਕਾਇਤ ਹੈ ਉਹ ਅਸੀਂ ਕੇਂਦਰ ਨੂੰ ਲਿਖ ਕੇ ਭੇਜਦੀ ਹੈ। ਓਕੇ ਸਰ, ਇੱਕ ਤੁਹਾਡੇ ਤੋਂ ਅਗਲਾ ਕੁਐਸਚਨ ਇਹ ਪੁੱਛਣਾ ਚਾਹੁੰਦੇ, ਚਲੋ ਸਮਾਰਟ ਸਿਟੀ ਦਾ ਤੁਸੀਂ ਸਾਨੂੰ ਬਹੁਤ ਸਾਰਾ ਚੀਜ਼ਾਂ ਦੱਸੀਆਂ, ਤੁਸੀਂ ਕਿਉਂਕਿ ਸੀਨੀਅਰ ਡਿਪਟੀ ਮੇਅਰ ਵੀ ਰਹੇ ਹੋ। 2 ਦਿਨ ਪਹਿਲਾਂ ਜਿਹੜੇ ਕੁਝ ਹੌਟ ਜਿਹੜੇ ਹੌਟ ਮਿਕਸ ਵਾਲੇ ਜਿਹੜੇ ਠੇਕੇਦਾਰ ਸੀਗੇ, 21 ਦੇ ਵਿੱਚੋਂ 20 ਠੇਕੇਦਾਰ ਇੱਕ ਪਾਸੇ ਹੋ ਗਏ ਔਰ ਉਹਨਾਂ ਨੇ ਬਹੁਤ ਆਰੋਪ ਲਗਾਏ, ਗੰਭੀਰ ਆਰੋਪ ਲਗਾਏ ਹੈ ਸਾਡੇ ਮੇਅਰ ਤੋਂ ਲੈ ਕੇ, ਉਹਨਾਂ ਨੇ ਕਿਹਾ PM ਤੋਂ ਲੈ ਕੇ ਉੱਪਰ ਤੱਕ। ਹੁਣ ਉੱਪਰ ਤੱਕ ਕਿੱਥੇ ਤੱਕ ਉਹਦਾ ਮੈਨੂੰ ਤਾਂ ਨਹੀਂ ਪਤਾ, ਕਿਉਂਕਿ ਤੁਸੀਂ ਪਰ ਰਹੇ ਹੋ, ਕਾਰਪੋਰੇਸ਼ਨ ਦੇ ਅੰਦਰ ਰਹੇ ਹੋ, ਸੀਨੀਅਰ ਡਿਪਟੀ ਮੇਅਰ ਰਹੇ ਹੋ, ਇੱਕ ਲੈਵਲ ਦੀ ਪੋਜੀਸ਼ਨ 'ਤੇ ਰਹੇ ਹੋ। ਸਰ, ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਕਮਿਸ਼ਨਾਂ ਲਿੱਤੀਆਂ ਜਾਂਦੀਆਂ, ਬਹੁਤ ਸਾਰੇ। ਸੋ ਤੁਸੀਂ ਇਹਨੂੰ ਕਿੱਦਾਂ ਸਮਝਦੇ ਹੋ? ਇਹ ਇਲਜ਼ਾਮ ਉਹਨਾਂ ਨੇ ਲਗਾਏ ਉਹ ਸੱਚੇ ਹੈ ਜਾਂ ਝੂਠੇ ਹੈ? ਕਿਉਂਕਿ ਤੁਸੀਂ ਅੰਦਰ ਰਹੇ ਹੋ, ਅੱਜ ਦਾ ਤਾਂ ਹੈ ਨਹੀਂ, ਉਹ ਕਹਿੰਦੇ ਸਦੀਆਂ ਤੋਂ ਚੱਲੇ ਆ ਰਿਹਾ ਇਹ ਸਿਸਟਮ। ਨਹੀਂ ਦੇਖੋ, ਜੈਸਾ ਰਾਜਾ ਜੀ ਵੈਸੀ ਪ੍ਰਜਾ। ਮੈਂ ਵੀ ਸੀਨੀਅਰ ਡਿਪਟੀ ਮੇਅਰ ਰਿਹਾ, ਓਪੋਜੀਸ਼ਨਲ ਲੀਡਰ ਰਿਹਾ। ਅਸੀਂ ਤਾਂ ਜਿਹੜਾ ਇਹਨੂੰ ਗੰਦਗੀ ਸਮਝਦੇ ਹਾਂ ਔਰ ਇਸ ਤੋਂ ਬਹੁਤ ਕੋਸੋਂ ਦੂਰ ਆ। ਸਾਡੇ ਦੁਸ਼ਮਣ ਜਿਹੜੇ ਸਾਡੇ ਵਿਰੋਧੀ ਲੀਡਰ ਵੀ ਹੈ ਉਹ ਵੀ ਕਹਿਣਗੇ ਬਸ ਇਸ ਤੋਂ ਇਨਵੋਲਵ ਨਹੀਂ। ਲੇਕਿਨ ਇਹ ਤੁਹਾਡੀ ਗੱਲ ਠੀਕ ਹੈ, ਇਹ ਜਿਹੜੀ ਪ੍ਰਥਾ ਹੈ ਤਾਂ ਗਈ ਹੈ। ਔਰ ਕਾਂਗਰਸ ਦਾ ਰਾਜ ਹੋਵੇ, ਕਾਂਗਰਸ ਦਾ ਤਾਂ ਵੈਸੇ ਹੀ ਨਾਰਾ ਹੈ, ਜਿੱਤਾਂਗੇ ਤਾਂ ਲੁੱਟਾਂਗੇ, ਹਾਰਾਂਗੇ ਤਾਂ ਕੁੱਟਾਂਗੇ, ਤੇ ਲੁੱਟਣਾ ਤਾਂ ਹੈ ਹੀ ਉਹਨਾਂ ਨੇ। ਉਹ ਕਿੱਥੇ ਨਹੀਂ ਲੁੱਟਿਆ? ਕੇਂਦਰ 'ਚ ਨਹੀਂ ਲੁੱਟਿਆ। ਜੇ ਕੇਂਦਰ 'ਚ ਦੇਖੋ ਜ਼ਿਆਦਾ ਨਹੀਂ ਸਰਕਾਰ ਹੁੰਦੀ ਸੀ 1,75,000 ਕਰੋੜ। ਕਈ ਵਾਰ ਮਜ਼ਾਕ 'ਚ ਮੈਂ ਕਿਹਾ ਕਰਦਾ ਵੀ 5 ਮਿੰਟ ਜਿਹੜਾ ਬੰਦਾ ਦੱਸੂ ਵੀ ਕਿੰਨੀ ਜੀਰੀਆਂ ਲੱਗਦੀਆਂ ਉਹਨੂੰ 500 ਰੁਪਏ ਇਨਾਮ। 75,000 ਕਰੋੜ ਵੀ ਹਜ਼ਾਰਾਂ ਕਰੋੜ ਤੋਂ ਘੱਟ ਸਕੈਂਡਲ ਨਹੀਂ ਹੁੰਦੇ ਸੀਗੇ। ਸੋ ਇਹ ਸਕੈਂਡਲ 100% ਨਹੀਂ, ਉਹ ਠੇਕੇਦਾਰ ਝੂਠ ਨਹੀਂ ਬੋਲਦੇ, 100% ਉਹਨਾਂ ਦੀ ਇਨਵੋਲਵ ਹੁੰਦੀ ਹੈ। ਤੇ ਇਸ 'ਚ ਇਹ ਜਿਹੜੇ ਲੀਡਰ ਹੈ, ਜਿਹੜੇ ਇਹਨਾਂ ਦੇ ਥੱਲੇ ਤੋਂ ਲੈ ਕੇ ਨਾ, ਮੈਂ ਇਹ ਕੌਂਸਲਰ ਤੋਂ ਲੈ ਕੇ ਉੱਪਰ ਤੱਕ 100% ਇਨਵੋਲਵ ਹੋਣਗੇ। ਪਰ ਸਰ, ਮੈਂ ਥੋੜਾ ਜਿਹਾ ਕਰੈਕਟ ਕਰਨਾ ਚਾਹਾਂਗਾ, ਸ਼ਾਇਦ ਤੁਹਾਨੂੰ ਭੁਲੇਖਾ ਨਾ ਲੱਗਿਆ ਹੋਵੇ ਕਿ ਜਿਹੜਾ ਇਹ ਨਾਰਾ ਸੀਗਾ ਇਹ ਅਖਬਾਰਾਂ ਦੇ ਵਿੱਚ ਜਦੋਂ ਛਪਿਆ ਸੀ ਤਾਂ ਇਹ 2000, ਜਿੱਥੇ ਤੱਕ ਮੈਨੂੰ ਯਾਦ ਹੈ 2014 ਦੇ ਇਲੈਕਸ਼ਨਾਂ 'ਚ ਛਪਿਆ ਸੀ। ਉਹਦੇ ਵਿੱਚ ਜਿਹੜੀ ਫੋਟੋ ਛਪੀ ਸੀ, ਕਾਰਟੂਨ ਛਪਿਆ ਸੀ, ਨਾਟ ਫੋਟੋ ਛਪੀ ਸੀ, ਉਹ ਅਕਾਲੀ BJP ਦੇ ਨੁਮਾਇੰਦਿਆਂ ਦੀ ਛਪੀ ਸੀ। ਸੁਖਬੀਰ ਬਾਦਲ ਜੀ ਉਹਨਾਂ ਦੇ ਆ, ਉੱਦਾਂ ਦਾ ਵੱਡੇ ਬਾਦਲ ਸਾਹਿਬ ਵਰਗਿਆਂ ਦੇ ਜਿਹੜੇ ਇਹ ਛਪੇ ਸੀ। ਜਿਹੜਾ ਤੁਸੀਂ ਸਲੋਗਨ ਬੋਲਿਆ ਇਹ ਉਹਨਾਂ ਲਈ ਛਪਿਆ ਸੀਗਾ। ਮੇਰੇ ਖਿਆਲ ਦੋਸਤ ਤੁਹਾਡੀ ਜਿਹੜੀ ਇਨਫੋਰਮੇਸ਼ਨ ਅਧੂਰੀ ਹੈ, ਤੁਸੀਂ ਆਪਣੇ ਆਪ ਨੂੰ ਕਰੈਕਟ ਕਰੋ। ਪਰ ਮੈਂ ਚੈਨਲ ਤੇ ਤੁਹਾਡੇ ਸਾਹਮਣੇ ਹੀ ਪੁੱਛਦਾ, ਮੈਨੂੰ ਇੱਕ ਐਗਜ਼ਾਮਪਲ ਦੱਸੋ, ਸਰਦਾਰ ਪ੍ਰਕਾਸ਼ ਸਿੰਘ ਤੇ BJP ਦੀ ਸਰਕਾਰ ਵੇਲੇ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਆਇਆ ਹੋਵੇ? ਸਲੋਗਨ ਤਾਂ ਉਹ ਪੁਰਾਣਾ ਸਲੋਗਨ, ਤੁਸੀਂ ਕਹਿੰਦੇ ਪੁਰਾਣੀ ਦਾਰੂ ਨਵੀਂ ਬੋਤਲ 'ਚ ਪਾ ਦੋਗੇ, ਨਵਾਂ ਕੋਈ ਲਿਖ ਦਊਗਾ, ਉਹਦਾ ਕੀ ਤੁਕ ਹੁੰਦਾ? ਤੁਸੀਂ ਆਪਣੇ ਆਪ ਨੂੰ ਕਰੈਕਟ ਕਰੋ। ਅੱਛਾ ਜੀ। ਸੋ ਕੁੱਲ ਮਿਲਾ ਕੇ ਤੁਸੀਂ ਇਹ ਜਿਹੜਾ
ਜਿਹੜਾ ਠੇਕੇਦਾਰਾਂ ਨੂੰ ਇੱਕ ਚੱਕਿਆ ਸਿਸਟਮ ਚੱਕਿਆ, ਮੇਅਰ ਸਾਹਿਬ ਦਾ ਸਰੇਆਮ ਨਾਮ ਲਿੱਤਾ ਜਾ ਰਿਹਾ, ਕਮਿਸ਼ਨਰ ਸਾਹਿਬ ਦਾ ਨਾਮ ਲਿੱਤਾ ਜਾ ਰਿਹਾ, ਔਰ ਇਹ ਸਾਰੇ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੇ ਤੁਸੀਂ ਕਿਹਨੂੰ ਠੀਕ ਕਹਿੰਦੇ ਹੋ? ਠੇਕੇਦਾਰ ਠੀਕ ਹੈਗੇ ਹੈ, ਉਹ ਕਹਿ ਰਹੇ ਕਿ ਇੰਨੀ ਕਿ ਕਰਪਸ਼ਨ ਹੋ ਚੁੱਕੀ ਹੈ ਕਿ ਸਾਡੇ ਸਾਹ ਘੁੱਟੇ ਗਏ, ਅਸੀਂ ਘਾਟੇ ਦੇ ਸੌਦੇ ਕਰ ਰਹੇ ਹਾਂ, ਤੇ ਦੂਜੇ ਪਾਸੇ ਮੇਅਰ ਸਾਹਿਬ ਇਹ ਕਹਿ ਰਹੇ ਆ ਕਿ ਇਹ ਡਾਕੂ ਹੈਗੇ ਆ। ਇਹ ਅਲਫਾਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? देखो, सब तो पहला कहते दूसरे के घरों पे पत्थर मारने वालों के अपने घर शीशे के नहीं होते। जी। सब तो पहला ਤਾਂ ਜਿਹੜੇ ਇਲਜ਼ਾਮ ਲਗਾ ਰਹੇ ਉਹਨਾਂ ਨੂੰ ਆਪਣੇ ਅੰਦਰ ਵੀ ਝਾਕਣਾ ਚਾਹੀਦਾ ਹੈ ਵੀ ਉਹ ਇੰਨੇ ਕਿਉਂ ਘੁੱਟੀ ਗਏ, ਉਹਨਾਂ ਦੀਆਂ ਕਿਹੜੀਆਂ ਕਮਜ਼ੋਰੀਆਂ ਸੀ ਜਿਸ ਤੋਂ ਘੁੱਟੀ ਗਏ। ਹੁਣ ਜੇ ਉਹਨਾਂ ਨੇ ਇਲਜ਼ਾਮ ਲਗਾਏ ਆ, ਇਹ ਸਾਰਾ ਇਨਕੁਆਇਰੀ ਬਲੈਕ ਲਿਸਟ ਕਰ ਨਹੀਂ, ਗੱਲ ਪੂਰੀ ਸੁਣੋ। ਹੁਣ ਇਹ ਇਨਕੁਆਇਰੀ ਦਾ ਵਿਸ਼ਾ, ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ। ਠੇਕੇਦਾਰ ਦੋਸ਼ੀ ਹੈ, ਬਿਲਕੁਲ ਉਹਨਾਂ ਪਰ ਸਖਤੀ ਹੋਣੀ ਚਾਹੀਦੀ ਹੈ, ਕਿਉਂਕਿ ਦੇਸ਼ ਦਾ ਪੈਸਾ ਹੈ, ਸਮਾਜ ਦਾ ਪੈਸਾ ਹੈ, ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ, ਤੇ ਜਿਹੜੇ ਅਫਸਰ ਇਨਵੋਲਵ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਦੋਸ਼ੀ ਦੇ ਖਿਲਾਫ, ਦੋਸ਼ੀ ਕੋਈ ਵੀ ਹੋਵੇ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸਰ ਥੈਂਕ ਯੂ ਜੀ। ਤੁਸੀਂ ਆਪਣੇ ਵੱਲੋਂ ਕੁਝ ਕਹਿਣਾ ਚਾਹੋਗੇ ਸ਼ਹਿਰ ਦੇ ਲੋਕਾਂ ਨੂੰ, ਕਿਉਂਕਿ ਤੁਸੀਂ ਬਹੁਤ ਆਵਾਜ਼ ਚੱਕ ਰਹੇ ਹੋ ਸਮਾਰਟ ਸਿਟੀ ਨੂੰ ਲੈ ਕੇ ਵੀ। ਔਰ ਇੱਕ ਚੀਜ਼ ਹੋਰ ਅਸੀਂ ਦੇਖੀਏ ਕਿ ਪਹਿਲਾਂ ਤੁਸੀਂ ਸੈਂਟਰ ਹਲਕੇ ਦੇ ਕੁਝ ਜੁੜੇ ਹੋਏ ਮੁੱਦੇ ਚੱਕ ਰਹੇ ਸੀ, ਹੁਣ ਤੁਸੀਂ ਵੈਸਟ ਹਲਕੇ ਦੇ ਜੁੜੇ ਹੋਏ ਕੁਝ ਮੁੱਦੇ ਚੱਕ ਰਹੇ ਹੋ। ਇਹ ਮਤਲਬ ਕੋਈ ਰਾਜਨੀਤਿਕ ਉਲਟਫੇਰ ਤਾਂ ਨਹੀਂ? ਮੈਂ ਪਹਿਲਾਂ ਤਾਂ ਆਪਣੇ ਸ਼ਹਿਰ ਵਾਸੀਆਂ ਨੂੰ, ਦੋਸਤਾਂ ਨੂੰ ਪ੍ਰਾਰਥਨਾ ਕਰਦਾ, ਇਹ ਦੇਸ਼ ਸਾਡਾ, ਇਹ ਪੰਜਾਬ ਸਾਡਾ, ਲੁਧਿਆਣਾ ਸਾਡਾ, ਇਸ ਦੇ ਉੱਪਰ ਲੱਗਣ ਵਾਲਾ ਇੱਕ ਇੱਕ ਪੈਸਾ ਸਾਡਾ ਹੈ, ਅਸੀਂ ਦਿੱਤਾ ਹੈ। ਜਦ ਤੱਕ ਅਸੀਂ ਇਹ ਸਮਝ ਕੇ ਇਹਦੀ ਨਿਗਰਾਨੀ ਨਹੀਂ ਕਰਾਂਗੇ ਤਾਂ ਲੋਕ ਇਹਨੂੰ ਖਾ ਜਾਣਗੇ। ਦੂਸਰੀ ਗੱਲ ਤੁਸੀਂ ਕੀਤੀ ਹੈ ਵੀ ਮੈਂ ਵੈਸਟ ਦੇ ਮੁੱਦੇ ਚੱਕਾਂ, ਤੇ ਮੈਨੂੰ ਕੱਲ੍ਹ ਨੂੰ ਕੋਈ ਪੰਜਾਬ ਦਾ ਮੁੱਦਾ ਹੈ ਮੈਂ ਉਹ ਵੀ ਚੱਕਾਂਗਾ, ਕੱਲ੍ਹ ਨੂੰ ਕੋਈ ਦੇਸ਼ ਦਾ ਮੁੱਦਾ ਉਹ ਵੀ ਚੱਕਾਂਗਾ, ਤੇ ਹੁਣ ਉਹ ਤੁਸੀਂ ਉਹ ਆਪਣੇ ਕੈਫੇ ਲਗਾਈ ਜਾਂ ਨਾ ਲਗਾਈ ਜਾਓ। ਚਲੋ ਥੈਂਕ ਯੂ ਸਰ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸਾਡੇ ਪ੍ਰਵੀਨ ਬਾਂਸਲ ਜੀ, ਜਿਹੜੇ ਕਿ ਜਿਨ੍ਹਾਂ ਨਾਲ ਅੱਜ ਅਸੀਂ ਰਾਬਤਾ ਹੋਏ ਔਰ ਇਹਨਾਂ ਤੋਂ ਸਮਾਰਟ ਸਿਟੀ ਦੇ ਬਾਰੇ ਤੋਂ ਲੈ ਕੇ ਠੇਕੇਦਾਰ ਤੱਕ ਦੇ ਸਾਰੇ ਮੁੱਦਿਆਂ 'ਤੇ ਗੱਲਬਾਤ ਕੀਤੀ। ਤਾਂ ਜੋ ਇਹਨਾਂ ਨੇ ਪ੍ਰਤੀਕਿਰਿਆ ਦਿੱਤੀ, ਜੋ ਇਹਨਾਂ ਨੇ ਰਾਏ ਦਿੱਤੀ, ਉਹ ਵੀ ਅਸੀਂ ਤੁਹਾਡੇ ਤੱਕ ਪੇਸ਼ ਕੀਤੀ ਹੈ। ਸੋ ਇੱਦਾਂ ਹੀ ਵੱਖ-ਵੱਖ ਮੁੱਦਿਆਂ ਨਾਲ ਤੇ ਵੱਖ-ਵੱਖ ਹਸਤੀਆਂ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨਹਿਤੈਸ਼ੀ। ਧੰਨਵਾਦ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।